Good evening. My name is Paramjot from plus 2 D class. My school name is Government Shaheed Makhan Singh Government Girls Senior Secondary School ਪਠਾਨਕੋਟ। ਮੇਰਾ ਅੱਜ ਦਾ ਵਿਸ਼ਾ ਹੈ ਭਾਰਤ ਦੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਵਿਸ਼ੇਸ਼ਤਾ ਪੰਚਸ਼ੀਲ ਬਾਰੇ ਚਰਚਾ ਕਰਨਾ। ਪੰਚਸ਼ੀਲ ਭਾਰਤ ਦੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਵਿਸ਼ੇਸ਼ਤਾ ਹੈ। ਇਸ ਵਿੱਚ 5 ਸਿਧਾਂਤ ਸ਼ਾਮਿਲ ਹਨ ਜੋ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਦੁਨੀਆ ਦੇ ਸਾਹਮਣੇ 1954 ਵਿੱਚ ਪੇਸ਼ ਕੀਤੇ ਗਏ ਸਨ। ਇਹਨਾਂ ਸਿਧਾਂਤਾਂ ਦਾ ਐਲਾਨ 1954 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨ ਲਾ ਦੇ ਇੱਕ ਸਾਂਝੇ ਸਮਝੌਤੇ ਵਿੱਚ ਕੀਤਾ ਗਿਆ ਹੈ। ਇਸ ਦੇ 5 ਸਿਧਾਂਤ ਇਸ ਤਰ੍ਹਾਂ ਹਨ। ਨੰਬਰ 1, ਰਾਸ਼ਟਰਾਂ ਦੁਆਰਾ ਇੱਕ ਦੂਸਰੇ ਦੀ ਪ੍ਰਭੂਸੱਤਾ ਅਤੇ ਪ੍ਰਾਦੇਸ਼ਿਕ ਦਾ ਅਖੰਡਤਾ ਦਾ ਸਨਮਾਨ ਕਰਨਾ। ਇਸ ਦਾ ਭਾਵ ਹੈ ਕਿ ਇੱਕ ਦੂਸਰੇ ਦੀ ਸੁਤੰਤਰਤਾ ਅਤੇ ਪ੍ਰਾਦੇਸ਼ਿਕ ਅਖੰਡਤਾ ਦਾ ਆਦਰ ਕਰਨਾ। ਨੰਬਰ 2, ਇੱਕ ਦੂਸਰੇ ਦੇਸ਼ 'ਤੇ ਹਮਲਾ ਨਾ ਕਰਨਾ। ਇਸ ਦਾ ਭਾਵ ਹੈ ਕਿ ਹਰੇਕ ਦੇਸ਼ ਨੂੰ ਕਿਸੇ ਦੂਸਰੇ ਦੇਸ਼ 'ਤੇ ਹਮਲਾ ਨਹੀਂ ਕਰਨਾ ਚਾਹੀਦਾ। ਨੰਬਰ 3, ਇੱਕ ਦੂਸਰੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣਾ। ਇਸ ਦਾ ਭਾਵ ਹੈ ਕਿ ਕਿਸੇ ਦੇਸ਼ ਨੂੰ ਦੂਸਰੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੁੰਦਾ। ਹਰੇਕ ਦੇਸ਼ ਨੂੰ ਆਪਣੇ ਦੇਸ਼ ਦੇ ਸੰਬੰਧੀ ਨਿਰਣੇ ਲੈਣ ਦੀ ਸੁਤੰਤਰਤਾ ਹੁੰਦੀ ਹੈ। ਨੰਬਰ 4, ਆਪਸੀ ਸਹਿਯੋਗ। ਇਸ ਦਾ ਭਾਵ ਹੈ ਕਿ ਹਰੇਕ ਦੇਸ਼ ਸਮਾਨ ਹੁੰਦਾ ਹੈ, ਕੋਈ ਦੇਸ਼ ਵਿਕਸਿਤ ਨਹੀਂ ਹੁੰਦਾ, ਕੋਈ ਵਿਕਸਿਤ ਹੁੰਦਾ ਹੈ। ਇਸ ਲਈ ਵਿਕਸਿਤ ਦੇਸ਼ਾਂ ਨੂੰ ਅਵਿਕਸਿਤ ਦੇਸ਼ਾਂ ਦੀ ਮਦਦ ਕਰਨੀ ਚਾਹੀਦੀ ਹੈ। ਨੰਬਰ 5, ਸ਼ਾਂਤਮਈ ਸਹਿਹੋਂਦ। ਇਸ ਦਾ ਭਾਵ ਹੈ ਕਿ ਹਰੇਕ ਦੇਸ਼ ਨੂੰ ਹਰੇਕ ਦੇਸ਼ ਨਾਲ ਸ਼ਾਂਤਮਈ ਤਰੀਕੇ ਨਾਲ ਰਹਿਣਾ ਚਾਹੀਦਾ ਹੈ। ਇਹ 5 ਸਿਧਾਂਤ ਭਾਰਤ ਦੀ ਵਿਦੇਸ਼ ਨੀਤੀ ਵਿੱਚ ਵੀ ਸ਼ਾਮਿਲ ਕੀਤੇ ਗਏ ਹਨ। ਜੇਕਰ ਹਰੇਕ ਦੇਸ਼ ਪੂਰਨ ਤੌਰ 'ਤੇ ਇਹਨਾਂ 5 ਸਿਧਾਂਤਾਂ ਨੂੰ ਲਾਗੂ ਕਰ ਲਵੇ ਤਾਂ ਪੂਰੇ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਧੰਨਵਾਦ। ਥੈਂਕ ਯੂ। Hello, my name is Jaspreet Kaur. I read in Government Senior Secondary Smart School ਗੋਦਪੋਕਰ। ਅੱਜ ਮੈਂ ਚੋਣ ਆਯੋਗ ਦੀ ਗੱਲ ਕਰ ਰਹੀ ਹਾਂ। ਚੋਣ ਆਯੋਗ ਦਾ ਜ਼ਿਕਰ ਭਾਰਤ ਦੇ ਸੰਵਿਧਾਨ ਦੀ ਅਨੁਸੂਚੀ 324 ਤੋਂ 329 ਤੱਕ ਹੈ। ਇਸ ਦੇ ਮੁੱਖ ਅਧਿਕਾਰੀ ਨੂੰ ਮੁੱਖ ਚੋਣ ਕਮਿਸ਼ਨਰ ਕਿਹਾ ਜਾਂਦਾ ਹੈ। ਇਸ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਹਨਾਂ ਦਾ ਕਾਰਜਕਾਲ 65 ਸਾਲ ਜਾਂ 6 ਸਾਲ ਲਈ ਹੁੰਦਾ ਹੈ। ਇਹਨਾਂ ਦੇ ਕਾਰਜ ਜਿਵੇਂ ਸੰਸਦ ਰਾਜ ਵਿਧਾਨ ਮੰਡਲ ਦੀਆਂ ਚੋਣਾਂ ਕਰਵਾਉਣਾ ਹੁੰਦਾ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਦੀ ਚੋਣ ਮੰਡਲ ਕਰਵਾਉਂਦਾ ਹੈ। ਇਹਨਾਂ ਦੀ ਚੋਣ ਪ੍ਰਕਿਰਿਆ ਦੇ ਪੜਾਅ ਜਿਵੇਂ ਮਤਦਾਤਾ ਸੂਚੀ ਤਿਆਰ ਕਰਨਾ, ਚੋਣ ਖੇਤਰ ਨਿਸ਼ਚਿਤ ਕਰਨਾ, ਚੋਣ ਦਿਵਸ, ਚੋਣਾਂ ਦੀ ਘੋਸ਼ਣਾ ਆਦਿ ਇਸ ਵਿੱਚ ਸ਼ਾਮਿਲ ਹੁੰਦੇ ਹਨ। To all of you, my name is Vanita. I am plus 2 class. I live in Abohar. My school name Government Girls Senior Secondary School, District Fazilka. ਮੈਂ ਨੌਕਰਸ਼ਾਹੀ ਦੇ ਵਿਸ਼ੇ ਅਤੇ ਵਿਸ਼ੇਸ਼ਤਾਵਾਂ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੀ ਹਾਂ। ਨੌਕਰਸ਼ਾਹੀ ਸ਼ਬਦ ਅੰਗਰੇਜ਼ੀ ਭਾਸ਼ਾ ਬਿਊਰੋਕ੍ਰੇਸੀ ਦਾ ਪੰਜਾਬੀ ਅਨੁਵਾਦ ਹੈ। ਬਿਊਰੋਕ੍ਰੇਸੀ ਸ਼ਬਦ ਫ੍ਰੈਂਚ ਭਾਸ਼ਾ ਬਿਊਰੋ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਕ੍ਰੈਸੀ ਨੂੰ ਮਿਲਾ ਕੇ ਬਣਿਆ ਹੈ। ਬਿਊਰੋ ਦਾ ਅਰਥ ਹੈ ਲਿਖਣ ਵਾਲਾ ਡੈਸਕ, ਕ੍ਰੈਸੀ ਦਾ ਅਰਥ ਹੈ ਸ਼ਾਸਨ। ਬਿਊਰੋਕ੍ਰੇਸੀ ਸਧਾਰਨ ਸ਼ਬਦਾਂ ਵਿੱਚ ਡੈਸਕ 'ਤੇ ਬੈਠ ਕੇ ਸ਼ਾਸਨ ਚਲਾਉਣ ਵਾਲਾ ਅਧਿਕਾਰੀ ਵਰਗ ਹੁੰਦਾ ਹੈ। ਨੌਕਰਸ਼ਾਹੀ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਨੌਕਰਸ਼ਾਹੀ ਦੇ ਮੈਂਬਰ ਆਪਣੇ ਕੰਮਾਂ ਵਿੱਚ ਨਿਪੁੰਨ ਤੇ ਮਾਹਿਰ ਹੁੰਦੇ ਹਨ। ਨੌਕਰਸ਼ਾਹੀ ਦੀ ਮੈਂਬਰਾਂ ਦੀ ਭਰਤੀ ਯੋਗਤਾ ਦੇ ਆਧਾਰ। ਮੇਰਾ ਨਾਮ ਗੀਤਾ ਦੇਵੀ ਹੈ। ਮੈਂ 12ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅਤੇ ਮੈਂ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਵਿਦਿਆਰਥਣ ਹਾਂ। ਮੇਰਾ ਅੱਜ ਦਾ ਵਿਸ਼ਾ ਮਹਾਤਮਾ ਗਾਂਧੀ ਜੀ ਦੇ ਸੱਤਿਆਗ੍ਰਹਿ ਦੀਆਂ ਵਿਧੀਆਂ ਵਿੱਚੋਂ ਇੱਕ ਵਿਧੀ ਸਿਵਲ ਨਾਫਰਮਾਨੀ ਦੇ ਬਾਰੇ ਚਰਚਾ ਕਰਨਾ ਹੈ। ਸਿਵਲ ਨਾਫਰਮਾਨੀ ਸੱਤਿਆਗ੍ਰਹਿ ਦਾ ਇੱਕ ਅੰਤਿਮ ਅਤੇ ਉਗਰ ਸਾਧਨ ਹੈ। ਇਸ ਵਿੱਚ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਨੂੰ ਸ਼ਸਤਰ ਕ੍ਰਾਂਤੀ ਦਾ ਇੱਕ ਪੂਰਨ ਪ੍ਰਭਾਵੀ ਅਤੇ ਖੂਨ ਰਹਿਤ ਬਦਲ ਕਿਹਾ ਹੈ। ਇਸ ਦਾ ਅਰਥ ਅਨੈਤਿਕ, ਅਨਿਆਇਪੂਰਨ ਅਤੇ ਅਤਿਆਚਾਰੀ ਕਾਨੂੰਨਾਂ ਦੀ ਨਾਫਰਮਾਨੀ ਕਰਨਾ ਹੈ।
ਇਸ ਵਿੱਚ ਟੈਕਸਾਂ ਦੀ ਅਦਾਇਗੀ ਨਾ ਕਰਨਾ ਵੀ ਸ਼ਾਮਿਲ ਹੈ। ਸਿਵਲ ਨਾਫਰਮਾਨੀ ਇੱਕ ਬਹੁਤ ਹੀ ਭਿਅੰਕਰ ਅਤੇ ਖਤਰਨਾਕ ਹਥਿਆਰ ਹੈ। ਇਸ ਦੀ ਵਰਤੋਂ ਬੜੀ ਹੀ ਸਾਵਧਾਨੀ ਦੇ ਨਾਲ ਕਰਨੀ ਪੈਂਦੀ ਹੈ। ਸਿਵਲ ਨਾਫਰਮਾਨੀ ਦੀ ਵਿਧੀ ਵਿੱਚ ਸਰਕਾਰ ਨਾਲ ਸਿੱਧੀ ਟੱਕਰ ਲੈਣੀ ਪੈਂਦੀ ਹੈ ਅਤੇ ਸਰਕਾਰੀ ਕਾਨੂੰਨਾਂ ਦੀ ਨਾਫਰਮਾਨੀ ਕਰਨ ਲਈ ਸਜ਼ਾ ਭੁਗਤਣ ਦੇ ਲਈ ਵੀ ਤਿਆਰ ਰਹਿਣਾ ਪੈਂਦਾ ਹੈ। ਹਿੰਸਾ, ਦਬਾਓ ਅਤੇ ਅਨਿਆਏ ਦਾ ਜਵਾਬ ਅਹਿੰਸਾ, ਪ੍ਰੇਮ ਅਤੇ ਸੱਚਾਈ ਦੇ ਨਾਲ ਦੇਣਾ ਪੈਂਦਾ ਹੈ। ਸਿਵਲ ਨਾਫਰਮਾਨੀ ਦੇ ਅੰਦੋਲਨ ਵਿੱਚ ਹਿੰਸਾ, ਬੇਕਾਬੂ ਵਿਵਹਾਰ ਅਤੇ ਅਰਾਜਕਤਾ ਤੋਂ ਬਚਣ ਦੇ ਲਈ ਸਾਵਧਾਨੀ ਦੇ ਨਾਲ ਕੰਮ ਕਰਨਾ ਪੈਂਦਾ ਹੈ। ਇਸ ਲਈ ਇਸ ਦਾ ਕਾਰਜ ਖੇਤਰ ਵੀ ਸੀਮਤ ਹੋਣਾ ਚਾਹੀਦਾ ਹੈ। ਮਹਾਤਮਾ ਗਾਂਧੀ ਜੀ ਦੇ ਵਿਚਾਰ ਅਨੁਸਾਰ ਇਸ ਦੇ ਨਿਰਣੇ ਤਜਰਬੇਕਾਰ ਆਗੂਆਂ ਦੁਆਰਾ ਲੈਣੇ ਚਾਹੀਦੇ ਹਨ ਅਤੇ ਸੱਤਿਆਗ੍ਰਹਿ ਦੇ ਕੰਮ ਕੁਝ ਚੁਣੇ ਹੋਏ ਸ਼੍ਰੇਸ਼ਠ ਵਿਅਕਤੀਆਂ ਦੁਆਰਾ ਸੰਪੰਨ ਹੋਣੇ ਚਾਹੀਦੇ ਹਨ। I am Kavita Sharma from Sangrur district of Government Senior Secondary School Korea. Today's topic is Theory of Surplus Value. ਵਾਧੂ ਮੁੱਲ ਦਾ ਸਿਧਾਂਤ ਕਾਰਲ ਮਾਰਕਸ ਦੇ ਵਿਚਾਰਾਂ ਦਾ ਮੁੱਖ ਆਧਾਰ ਹੈ ਅਤੇ ਇਸ ਅਨੁਸਾਰ ਕਾਰਲ ਮਾਰਕਸ ਨੇ ਪੂੰਜੀਵਾਦੀ ਸਮਾਜ ਵਿੱਚ ਪੂੰਜੀਪਤੀਆਂ ਦੁਆਰਾ ਕਿਰਤੀਆਂ ਦੇ ਸ਼ੋਸ਼ਣ ਨੂੰ ਸਿੱਧ ਕੀਤਾ ਹੈ। ਕਾਰਲ ਮਾਰਕਸ ਦੇ ਅਨੁਸਾਰ ਕਿਸੇ ਵੀ ਵਸਤੂ ਦਾ ਮੁੱਲ ਉਸ ਉੱਤੇ ਖਰਚ ਕੀਤੀ ਗਈ ਕਿਰਤ ਦੇ ਅਨੁਸਾਰ ਨਿਸ਼ਚਿਤ ਹੁੰਦਾ ਹੈ। ਜੋ ਵਸਤੂ ਦਾ ਮੁੱਲ ਕਿਰਤੀਆਂ ਨੂੰ ਮਿਲਦਾ ਹੈ ਅਤੇ ਜੋ ਪੂੰਜੀਪਤੀ ਆਪਣਾ ਨਿੱਜੀ ਲਾਭ ਕਮਾ ਕੇ ਪ੍ਰਾਪਤ ਕਰਦੇ ਹਨ, ਉਸ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ। ਇਸ ਅੰਤਰ ਨੂੰ ਹੀ ਕਾਰਲ ਮਾਰਕਸ ਨੇ ਵਾਧੂ ਮੁੱਲ ਦਾ ਸਿਧਾਂਤ ਕਿਹਾ ਹੈ। थैंक यू, हैव अ नाइस डे। मेरा नाम सिया है। मैं 12वीं कक्षा की विद्यार्थी हूँ। मैं शहीद मक्खन सीनियर सेकेंडरी गर्ल्स स्कूल पठानकोट में पढ़ती हूँ। आज का मेरा टॉपिक है मार्क्सवाद के सिद्धांत। वर्ग संघर्ष का सिद्धांत। मार्क्सवाद के अनुसार समाज में हमेशा दो वर्ग होते हैं, पूंजीपति वर्ग और मजदूर वर्ग। मार्क्सवाद के अनुसार इन दोनों वर्गों के हित विरोधी होते हैं, इसलिए इन दोनों वर्गों में संघर्ष चलता रहता है। मार्क्सवाद के अनुसार यह संघर्ष तब तक चलता रहता है जब तक राज रहित और वर्ग रहित समाज की स्थापना नहीं होती है। अतिरिक्त मूल्य का सिद्धांत। मार्क्सवाद के अनुसार किसी भी वस्तु की कीमत उस पर लगाई गई मजदूरी निर्धारित करती है, परंतु पूंजीपति इस वस्तु को अधिक कीमत पर बेचता है। इस वस्तु को बेचने से जो लाभ पूंजीपति को प्राप्त होता है, वह लाभ मजदूर को नहीं मिलता है, बल्कि जो सारा लाभ पूंजीपति के पास चला जाता है। मार्क्सवाद इस लाभ को अतिरिक्त मूल्य का सिद्धांत कहता है, जो केवल पूंजीपति के पास होता है। पूंजीपति मजदूर को जीवन निर्वाह करने के लिए तनख्वाह दे देता है, जिसके साथ पूंजीपति अधिक अमीर हो जाता है। पूंजीपतियों का आत्मनाश। कार्ल मार्क्स के अनुसार वर्तमान में पूंजीपति सुबह नाश की ओर जा रहा है। खुली प्रतियोगिता, निजी संपत्ति के कारण अमीर अधिक अमीर और गरीब अधिक गरीब होता जा रहा है। छोटे पूंजीपति बड़े पूंजीपतियों का मुकाबला नहीं कर पाते हैं। कुछ समय बाद उनकी कुछ संपत्ति नष्ट हो जाती है, वह मजदूर वर्ग में शामिल हो जाते हैं। इसी प्रकार पूंजीपतियों की संख्या घटती जाती है और मजदूरों की संख्या बढ़ती जाती है। वर्तमान के समय में पूंजीपति की संख्या इतनी कम हो जाएगी कि मजदूरों को उनके प्रति क्रांति करना सरल हो जाएगा। Hello everyone, my name is Reena. I am from Jaisingwala district, Bathinda. My school name is Government Senior Secondary School, Jaisingwala. ਅੱਜ ਮੈਂ ਤੁਹਾਨੂੰ ਨੌਕਰਸ਼ਾਹੀ ਦਾ ਅਰਥ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਾਂਗੀ। ਨੌਕਰਸ਼ਾਹੀ ਕੀ ਹੈ? ਨੌਕਰਸ਼ਾਹੀ ਉਹਨਾਂ ਸੈਨਿਕ ਅਧਿਕਾਰੀਆਂ ਨੂੰ ਕਿਹਾ ਜਾਂਦਾ ਹੈ ਜੋ ਕਿ ਦੇਸ਼ ਦਾ ਰਾਜ ਪ੍ਰਬੰਧ ਚਲਾਉਂਦੇ ਹਨ ਅਤੇ ਇਹਨਾਂ ਸੈਨਿਕ ਅਧਿਕਾਰੀਆਂ ਨੂੰ ਰਾਜ ਪ੍ਰਬੰਧ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਹੈ। ਨੌਕਰਸ਼ਾਹੀ ਦਾ ਅਰਥ। ਨੌਕਰਸ਼ਾਹੀ ਅਥਵਾ ਬਿਊਰੋਕਰੇਸੀ ਫਰਾਂਸੀਸੀ ਭਾਸ਼ਾ ਦੇ ਸ਼ਬਦ ਵੀਰੋ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਕਰੇਸੀ ਤੋਂ ਮਿਲ ਕੇ ਬਣਿਆ ਹੈ। ਫਰਾਂਸੀਸੀ ਭਾਸ਼ਾ ਦੇ ਸ਼ਬਦ ਵੀਰੋ ਦਾ ਅਰਥ ਹੈ ਲਿਖਣ ਵਾਲਾ ਡੈਸਕ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਕਰੇਸੀ ਦਾ ਅਰਥ ਹੈ ਸ਼ਾਸਨ। ਨੌਕਰਸ਼ਾਹੀ ਦੀਆਂ ਵਿਸ਼ੇਸ਼ਤਾਵਾਂ। ਨੰਬਰ 1 ਪੇਸ਼ਾਵਰ ਤੇ ਨਿਪੁੰਨਵਤ। ਨੰਬਰ 2 ਕਾਨੂੰਨੀ ਮਾਨਤਾ। ਨੰਬਰ 3
ਨਿਸ਼ਚਿਤ ਮਿਆਦ। ਨੰਬਰ 4 ਯੋਗਤਾ ਦੇ ਆਧਾਰ 'ਤੇ ਭਰਤੀ। ਨੰਬਰ 5 ਅਹੁਦਿਆਂ ਦੀ ਤਰਤੀਬ। ਨੰਬਰ 6 ਨਿਸ਼ਚਿਤ ਤਨਖਾਹ ਅਤੇ ਭੱਤੇ। ਨੰਬਰ 7 ਨਿਰਪੱਖਤਾ। ਨੰਬਰ 8 ਗੁੰਮਨਾਮਤਾ। ਥੈਂਕ ਯੂ। I am from Talwandi Birka. My school name is Government Senior Secondary School Chawar, District Gurdaspur. Today is my topic ਸੰਯੁਕਤ ਰਾਸ਼ਟਰ ਸੰਘ। ਸੰਯੁਕਤ ਰਾਸ਼ਟਰ ਸੰਘ ਦਾ ਜਨਮ 24 ਅਕਤੂਬਰ 1945 ਨੂੰ ਹੋਇਆ। ਸੰਯੁਕਤ ਰਾਸ਼ਟਰ ਸੰਘ ਦੇ ਪਹਿਲਾਂ 51 ਮੈਂਬਰ ਹਨ, ਪਰ ਹੁਣ ਇਸ ਦੇ 193 ਮੈਂਬਰ ਹਨ। ਸੰਯੁਕਤ ਰਾਸ਼ਟਰ ਸੰਘ ਦਾ ਸੈਕਟਰੀ ਜਨਰਲ ਗੁਟਰੇਸ ਐਂਟੋਨੀਓ ਹੈ। ਇਸ ਦਾ ਹੈੱਡਕੁਆਰਟਰ ਨਿਊਯਾਰਕ 'ਚ ਹੈ। ਸੰਯੁਕਤ ਰਾਸ਼ਟਰ ਸੰਘ ਦੇ 6 ਅੰਗ ਹਨ। ਨੰਬਰ 1 ਸੈਕਟਰੀ ਜਨਰਲ। ਨੰਬਰ 2 ਮਹਾਸਭਾ, ਹਰ ਦੇਸ਼ ਦੇ 5 ਮੈਂਬਰ। ਨੰਬਰ 3 ਸੁਰੱਖਿਆ ਪਰਿਸ਼ਦ। ਇਸ ਸੁਰੱਖਿਆ ਪਰਿਸ਼ਦ ਵਿੱਚ 5 ਸਥਾਈ ਅਤੇ 2 ਮੈਂਬਰ ਹੁੰਦੇ ਹਨ। ਨੰਬਰ 4 ਆਰਥਿਕ ਅਤੇ ਸਮਾਜਿਕ ਪਰਿਸ਼ਦ। ਨੰਬਰ 5 ਅੰਤਰਰਾਸ਼ਟਰੀ ਨਿਆਂ ਅਦਾਲਤ। ਅੰਤਰਰਾਸ਼ਟਰੀ ਨਿਆਂ ਅਦਾਲਤ ਜੱਜਾਂ ਦੀ ਗਿਣਤੀ 15 ਹੁੰਦੀ ਹੈ। ਹਰ ਜੱਜ 9 ਸਾਲ ਚੁਣਿਆ ਜਾਂਦਾ। ਨੰਬਰ 6 ਅਮਾਨਤੀ ਪਰਿਸ਼ਦ। ਇਸ ਦੀਆਂ ਕੁਝ ਏਜੰਸੀਆਂ ਵੀ ਹਨ, ILO, WHO, FAO, IMF। ਧੰਨਵਾਦ। Good morning to all of you. My name is Rohit Kumar. I am the student of Government Senior Secondary School Co-ed Hoshiarpur. Today my topic is Election Commission ਚੋਣ ਆਯੋਗ। ਭਾਰਤ ਵਿੱਚ ਪ੍ਰਤੀਨਿਧਾਤਮਕ ਲੋਕਤੰਤਰ ਦੀ ਸਥਾਪਨਾ ਕੀਤੀ ਗਈ ਹੈ। ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਲਈ 25 ਜਨਵਰੀ 1950 ਵਿੱਚ ਅਨੁਛੇਦ 324 ਅਧੀਨ ਭਾਰਤ ਦੇ ਸੰਵਿਧਾਨ ਵਿੱਚ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ। ਭਾਰਤ ਦੇ ਵਰਤਮਾਨ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਜੀ ਹਨ। ਚੋਣ ਆਯੋਗ ਦੇ ਕਾਰਜਾਂ ਦਾ ਵਰਣਨ ਇਸ ਤਰ੍ਹਾਂ ਹੈ। ਰਾਜਨੀਤਿਕ ਦਲਾਂ ਨੂੰ ਮਾਨਤਾ ਪ੍ਰਦਾਨ ਕਰਨਾ, ਰਾਜਨੀਤਿਕ ਦਲਾਂ ਦਾ ਰਜਿਸਟ੍ਰੇਸ਼ਨ ਕਰਨਾ, ਰਾਜਨੀਤਿਕ ਦਲਾਂ ਅਤੇ ਸੁਤੰਤਰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਪ੍ਰਦਾਨ ਕਰਨਾ, ਵੋਟਰ ਸੂਚੀਆਂ ਤਿਆਰ ਕਰਨੀਆਂ, ਚੋਣਾਂ ਲਈ ਮਿਤੀ ਘੋਸ਼ਿਤ ਕਰਨਾ, ਰਾਜ ਵਿਧਾਨ ਮੰਡਲ ਅਤੇ ਸੰਸਦ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਕਰਾਉਣੀਆਂ। ਅਸੀਂ ਅੰਤ ਵਿੱਚ ਇਹ ਕਹਿ ਸਕਦੇ ਹਾਂ ਕਿ ਚੋਣ ਆਯੋਗ ਨੂੰ ਭਾਰਤੀ ਚੋਣ ਪ੍ਰਣਾਲੀ ਦਾ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਚੋਣ ਆਯੋਗ ਚੋਣ ਮਸ਼ੀਨਰੀ ਦਾ ਕੇਂਦਰੀ ਬਿੰਦੂ ਹੈ। ਧੰਨਵਾਦ ਜੀ।